ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ। ਮੈਂ ਤੁਹਾਡਾ ਦੋਸਤ ਕਮਲਦੀਪ, ਮੈਥ ਮਾਸਟਰ, ਸਰਕਾਰੀ ਹਾਈ ਸਕੂਲ ਭੱਠਲਾਂ, ਜ਼ਿਲ੍ਹਾ ਬਰਨਾਲਾ ਤੋਂ। ਅੱਜ ਮੈਂ ਤੁਹਾਡੇ ਨਾਲ ਫਿਰ ਤੋਂ ਸਾਂਝੇ ਕਰਾਂਗਾ ਜਮਾਤ 10ਵੀਂ ਦਾ ਅਧਿਆਇ 13 ਸਤਹੀ ਖੇਤਰਫਲ ਅਤੇ ਆਇਤਨ। ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਸਤ੍ਹਾ ਦੇ ਖੇਤਰਫਲ ਬਾਰੇ ਚੰਗੀ ਤਰ੍ਹਾਂ ਕਰ ਚੁੱਕੇ ਹਾਂ ਅਤੇ ਉਸ ਦੇ ਜੋ ਸਵਾਲ ਹਨ ਉਹ ਵੀ ਅਸੀਂ ਹੱਲ ਕਰ ਚੁੱਕੇ ਹਾਂ। ਹੁਣ ਅਸੀਂ ਗੱਲਬਾਤ ਕਰਾਂਗੇ ਆਇਤਨ ਦੇ ਲਈ। ਆਇਤਨ ਕੀ ਹੁੰਦਾ ਹੈ, ਇਸ ਦੇ ਵੱਖ-ਵੱਖ ਆਕ੍ਰਿਤੀਆਂ ਦੇ ਕੀ ਸੂਤਰ ਹੁੰਦੇ ਹਨ। ਹੁਣ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਆਇਤਨ ਕੀ ਹੁੰਦਾ ਹੈ। ਕਿਸੇ ਵਸਤੂ ਦਾ ਆਇਤਨ ਉਸ ਵਸਤੂ ਦੁਆਰਾ ਘੇਰੇ ਗਏ ਸਥਾਨ ਦਾ ਮਾਪ ਹੁੰਦਾ ਹੈ। ਇਸ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਕਿਸੇ ਵਸਤੂ ਦਾ ਆਇਤਨ ਉਸ ਵਸਤੂ ਅੰਦਰ ਕਿੰਨਾ ਅਸੀਂ ਤਰਲ ਜਾਂ ਕੋਈ ਹੋਰ ਪਦਾਰਥ ਪਾ ਸਕਦੇ ਹਾਂ ਉਸ ਦੇ ਮਾਪ ਦੇ ਬਰਾਬਰ ਹੁੰਦਾ ਹੈ। ਹੁਣ ਜੇਕਰ ਅਸੀਂ ਗੱਲ ਕਰੀਏ, ਅਸੀਂ ਰੋਜ਼ਾਨਾ ਜੀਵਨ ਵਿੱਚ ਬਹੁਤ ਸਾਰੀ ਜਗ੍ਹਾ ਦੇ ਉੱਤੇ ਆਇਤਨ ਦੀ ਵਰਤੋਂ ਕਰਦੇ ਹਾਂ। ਜਿਸ ਤਰ੍ਹਾਂ ਕਿ ਅਸੀਂ ਘਰਾਂ ਦੇ ਵਿੱਚ ਦੁੱਧ ਲੈਂਦੇ ਹਾਂ ਤਾਂ ਦੁੱਧ ਵੀ ਜੋ ਸਾਨੂੰ ਹੈ ਉਹ ਆਇਤਨ ਦੇ ਰੂਪ ਵਿੱਚ ਹੀ ਮਿਲਦਾ ਹੈ। ਸਕੂਟਰ, ਮੋਟਰਸਾਈਕਲ, ਜੋ ਵੀ ਵਹੀਕਲਸ ਹਨ ਉਹਨਾਂ ਦੇ ਵਿੱਚ ਅਸੀਂ ਪੈਟਰੋਲ ਜਾਂ ਡੀਜ਼ਲ ਭਰਵਾਉਂਦੇ ਹਾਂ, ਉਹ ਵੀ ਆਇਤਨ ਦੇ ਰੂਪ ਵਿੱਚ ਹੀ ਸਾਨੂੰ ਮਿਲਦਾ ਹੈ। ਤਾਂ ਆਇਤਨ ਅਸੀਂ ਹਰ ਪਲ ਵਰਤੋਂ ਵਿੱਚ ਲੈ ਕੇ ਆਉਂਦੇ ਹਾਂ। ਆਇਤਨ ਦੀ ਇਕਾਈ, ਆਇਤਨ ਦੀ ਜੋ ਇਕਾਈ ਹੈ ਉਹ ਹਮੇਸ਼ਾ ਪਾਵਰ 3 ਦੇ ਵਿੱਚ ਆਏਗੀ, ਯਾਨੀ ਕਿ ਘਨ ਇਕਾਈ ਹੋਵੇਗੀ। ਸੈਂਟੀਮੀਟਰ ਕਿਊਬ, ਮੀਟਰ ਕਿਊਬ, ਕਿਲੋਮੀਟਰ ਕਿਊਬ, ਜੋ ਵੀ ਇਕਾਈ ਹੋਏਗੀ ਉਹ ਹਮੇਸ਼ਾ ਪਾਵਰ 3 ਦੇ ਵਿੱਚ ਹੋਏਗੀ। ਤਾਂ ਹੁਣ ਜੇਕਰ ਗੱਲ ਕਰੀਏ ਅਸੀਂ ਖੇਤਰਫਲ ਅਤੇ ਜੋ ਆਇਤਨ ਹੈ ਇਸ ਦੇ ਵਿੱਚ ਕੀ ਫਰਕ ਹੈ। ਜੇਕਰ ਮੈਂ ਇੱਕ ਕਮਰੇ ਦੀ ਉਦਾਹਰਨ ਲਵਾਂ ਅਤੇ ਉਸ ਕਮਰੇ ਦੇ ਵਿੱਚ ਜੋ ਵੀ ਉਸ ਦੀਆਂ ਸਤਹਾਂ ਹਨ ਜਿਸ ਨੂੰ ਮੈਂ ਛੂਹ ਸਕਦਾ ਹੋਵਾਂ ਤਾਂ ਉਹ ਉਸ ਕਮਰੇ ਦਾ ਖੇਤਰਫਲ ਅਖਵਾਏਗਾ। ਜਿਸ ਤਰ੍ਹਾਂ ਕਿ ਉਸ ਦੀਆਂ ਚਾਰੇ ਦੀਵਾਰਾਂ, ਉਸ ਦਾ ਫਰਸ਼, ਉਸ ਦੀ ਛੱਤ, ਤਾਂ ਇਹ ਉਸ ਦਾ ਖੇਤਰਫਲ ਅਖਵਾਵੇਗਾ। ਅਤੇ ਜੇਕਰ ਮੈਂ ਉਸ ਕਮਰੇ ਨੂੰ ਕਿਸੇ ਵਸਤੂ ਦੇ ਨਾਲ ਭਰਨਾ ਚਾਹੁੰਦਾ ਹਾਂ, ਜਿਵੇਂ ਕਿ ਅਸੀਂ ਹਵਾ ਦੇ ਨਾਲ ਭਰ ਸਕਦੇ ਹਾਂ ਜਾਂ ਕੋਈ ਹੋਰ ਕੋਈ ਮਟੀਰੀਅਲ ਹੈ ਜਿਸ ਦੇ ਨਾਲ ਅਸੀਂ ਭਰਨਾ ਚਾਹੁੰਦੇ ਹਾਂ, ਤਾਂ ਜਿਸ ਦੇ ਨਾਲ ਉਹ ਪੂਰਾ ਭਰ ਜਾਏਗਾ ਉਹ ਉਸ ਦਾ ਆਇਤਨ ਅਖਵਾਏਗਾ। ਤਾਂ ਇਸ ਤਰ੍ਹਾਂ ਅਸੀਂ ਜੋ ਖੇਤਰਫਲ ਅਤੇ ਆਇਤਨ ਹੈ ਦੋਨਾਂ ਦੇ ਵਿੱਚ ਫਰਕ ਪਤਾ ਕਰ ਸਕਦੇ ਹਾਂ। ਖੇਤਰਫਲ ਉਸ ਦੀਆਂ ਸਤਹਾਂ ਜਿਹਨੂੰ ਅਸੀਂ ਛੂਹ ਕੇ ਦੇਖ ਸਕਦੇ ਹਾਂ ਅਤੇ ਆਇਤਨ ਉਸ ਵਸਤੂ ਦੇ ਅੰਦਰ ਕਿੰਨੀ ਅਸੀਂ ਚੀਜ਼ ਰੱਖ ਸਕਦੇ ਹਾਂ। ਇਸ ਨੂੰ ਅਸੀਂ ਧਾਰਨ ਸਮਰੱਥਾ ਦੇ ਨਾਲ ਵੀ ਜਾਣਦੇ ਹਾਂ। ਆਇਤਨ ਜੋ ਹੈ ਇਸ ਨੂੰ ਅਸੀਂ ਇੱਕ ਹੋਰ ਨਾਮ ਦੇ ਨਾਲ ਵੀ ਜਾਣਦੇ ਹਾਂ, ਜਿਵੇਂ ਕਿ ਘਨਫਲ। ਕਈ ਸਵਾਲ ਜੋ ਹਨ ਜਿਨ੍ਹਾਂ ਦੇ ਵਿੱਚ ਸਾਨੂੰ ਘਨਫਲ ਦੀ ਗੱਲ ਵੀ ਕੀਤੀ ਹੋ ਸਕਦੀ ਹੈ, ਤਾਂ ਇੱਥੇ ਅਸੀਂ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਅਸੀਂ ਜਦੋਂ ਘਨਫਲ ਆ ਜਾਂਦਾ ਹੈ ਉੱਥੇ ਕਨਫਿਊਜ਼ ਨਹੀਂ ਹੋਣਾ ਹੈ। ਇਸ ਤੋਂ ਇਲਾਵਾ ਅਸੀਂ ਜੋ ਸਿੱਖਣਾ ਹੈ ਇਸ ਦੇ ਵਿੱਚ ਕਿ ਅਸੀਂ ਮੀਟਰ ਕਿਊਬ, ਸੈਂਟੀਮੀਟਰ ਕਿਊਬ, ਇਹਨਾਂ ਨੂੰ ਲੀਟਰਸ ਦੇ ਵਿੱਚ ਕਿਸ ਤਰ੍ਹਾਂ ਬਦਲ ਸਕਦੇ ਹਾਂ, ਇਹ ਵੀ ਸਾਨੂੰ ਇਸ ਚੈਪਟਰ ਦੇ ਵਿੱਚ ਸਿੱਖਣਾ ਪਏਗਾ ਤਾਂ ਕਿ ਅਸੀਂ ਜੋ ਸਵਾਲ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਹੱਲ ਕਰ ਸਕੀਏ। ਆਓ ਆਇਤਨ ਨੂੰ ਕੁਝ ਹੋਰ ਉਦਾਹਰਨਾਂ ਲੈ ਕੇ ਸਮਝੀਏ। ਜਿਸ ਤਰ੍ਹਾਂ ਕਿ ਸਾਡੇ ਸਭ ਦੇ ਸਾਹਮਣੇ ਇੱਕ ਪਹਿਲੀ ਤਸਵੀਰ ਆਈ ਹੈ ਜਿਸ ਦੇ ਵਿੱਚ ਜੋ ਜੱਗ ਹੈ ਉਹ ਰੱਖੇ ਗਏ ਨੇ, ਜਿਨ੍ਹਾਂ ਦੇ ਉੱਪਰ ਅਲੱਗ-ਅਲੱਗ ਨਿਸ਼ਾਨ ਲੱਗੇ ਹੋਏ ਹਨ ਜੋ ਕਿ ਇਸ ਦੇ ਮਾਤਰਾ ਨੂੰ ਦੱਸਦੇ ਹਨ, ਆਇਤਨ ਨੂੰ ਦੱਸਦੇ ਹਨ। ਇਸੇ ਤਰ੍ਹਾਂ ਦੂਸਰੀ ਤਸਵੀਰ ਦੇ ਵਿੱਚ ਸਾਡੇ ਕੋਲ ਕੋਲਡ ਡਰਿੰਕ ਯਾਨੀ ਕਿ ਸੌਫਟ ਡਰਿੰਕਸ ਹਨ, ਜਿਸ ਦੇ ਵਿੱਚ ਇੱਕ ਨਿਸ਼ਚਿਤ ਮਾਤਰਾ ਦੇ ਵਿੱਚ ਹੀ ਜੋ ਕੋਲਡ ਡਰਿੰਕ ਹੈ ਉਹ ਪਾਇਆ ਜਾਂਦਾ ਹੈ ਅਤੇ ਉਹ ਮਾਤਰਾ ਉਸ ਦੇ ਉੱਤੇ ਮੈਂਸ਼ਨ ਵੀ ਕੀਤੀ ਹੁੰਦੀ ਹੈ, ਲਿਖੀ ਵੀ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਸਾਡੇ ਘਰਾਂ ਦੇ ਵਿੱਚ ਕੋਈ ਦੁੱਧ ਵਾਲਾ ਆਉਂਦਾ ਹੈ ਤਾਂ ਉਹ ਵੀ ਜੋ ਬਰਤਨ ਲੈ ਕੇ ਆਉਂਦਾ ਹੈ
ਉਹ ਵੀ ਇੱਕ ਪ੍ਰੋਪਰ ਮਾਤਰਾ ਦੇ ਵਿੱਚ, ਪੂਰੀ ਮਾਤਰਾ ਦੇ ਵਿੱਚ ਹੀ ਹੁੰਦਾ ਹੈ ਅਤੇ ਸਾਨੂੰ ਵੀ ਉਹ ਪੂਰੀ ਮਾਤਰਾ ਦੇ ਵਿੱਚ ਹੀ ਦੁੱਧ ਜਿਹੜਾ ਗਾ ਉਹ ਦਿੰਦਾ ਹੈ। ਤਾਂ ਇਸ ਤਰ੍ਹਾਂ ਅਸੀਂ ਜ਼ਿੰਦਗੀ ਦੇ ਵਿੱਚ ਹਰ ਪਲ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਇਤਨ ਦੀ ਵਰਤੋਂ ਜ਼ਰੂਰ ਕਰਦੇ ਹਾਂ। ਹੁਣ ਅਸੀਂ ਵੱਖ-ਵੱਖ ਜੋ ਆਕ੍ਰਿਤੀਆਂ ਹਨ ਸਾਡੀਆਂ, ਉਹਨਾਂ ਦੇ ਅਸੀਂ ਕੀ ਸੂਤਰ ਹੋ ਸਕਦੇ ਹਨ, ਕੀ ਸੂਤਰ ਹੁੰਦੇ ਹਨ, ਉਹਨਾਂ ਬਾਰੇ ਗੱਲ ਕਰਾਂਗੇ। ਬਾਜ਼ਾਰ ਵਿੱਚੋਂ ਵੀ ਜਦੋਂ ਅਸੀਂ ਕੋਈ ਬੰਦ ਪੈਕੇਟ ਲੈ ਕੇ ਆਉਂਦੇ ਹਾਂ, ਚਾਹੇ ਉਹ ਰਿਫਾਈਨ ਤੇਲ ਦਾ ਹੋਵੇ ਜਾਂ ਕਿਸੇ ਦੁੱਧ ਦਾ ਹੋਵੇ, ਤਾਂ ਉਸ ਦੇ ਉੱਤੇ ਵੀ ਜੋ ਹੈ ਵੋਲੀਅਮ ਲਿਖਿਆ ਹੁੰਦਾ ਹੈ, ਉਸ ਦੀ ਮਾਤਰਾ ਲਿਖੀ ਹੁੰਦੀ ਹੈ, ਜਿਹੜੀ ਕਿ ml ਦੇ ਵਿੱਚ ਲਿਖੀ ਹੁੰਦੀ ਹੈ। ਤਾਂ ਇਸ ਤਰ੍ਹਾਂ ਪਿਆਰੇ ਬੱਚੋ, ਅਸੀਂ ਡੇਲੀ ਜੀਵਨ ਦੇ ਵਿੱਚ ਇਸ ਦੀ ਹਰ ਜਗ੍ਹਾ ਦੇ ਉੱਤੇ ਵਰਤੋਂ ਕਰਦੇ ਹਾਂ, ਪਰ ਸਾਨੂੰ ਉਸ ਟਾਈਮ ਦੇ ਉੱਤੇ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਇਸ ਚੀਜ਼ ਦੀ ਵਰਤੋਂ ਕਰ ਰਹੇ ਹਾਂ। ਤਾਂ ਇਸ ਨੂੰ ਆਪਣੀ ਜ਼ਿੰਦਗੀ ਦੇ ਨਾਲ ਕੋਰਿਲੇਟ ਕਰਾਂਗੇ ਤਾਂ ਇਸ ਚੈਪਟਰ ਨੂੰ, ਵੋਲੀਅਮ ਨੂੰ, ਏਰੀਏ ਨੂੰ ਸਮਝਣਾ ਬਹੁਤ ਹੀ ਸਾਡੇ ਲਈ ਆਸਾਨ ਹੋ ਜਾਏਗਾ। ਸਭ ਤੋਂ ਜੋ ਪਹਿਲੀ ਸਾਡੀ ਆਕ੍ਰਿਤੀ ਹੈ ਉਹ ਹੈ ਘਨਾਬ। ਘਨਾਬ ਇੱਕ ਅਜਿਹੀ ਆਕ੍ਰਿਤੀ ਹੁੰਦੀ ਹੈ ਜਿਹੜੀ ਕਿ 3 ਪਸਾਰੀ ਹੁੰਦੀ ਹੈ, ਜਿਸ ਦੀ ਲੰਬਾਈ, ਚੌੜਾਈ ਅਤੇ ਉਚਾਈ ਤਿੰਨੋਂ ਹੀ ਅਲੱਗ-ਅਲੱਗ ਹੁੰਦੀਆਂ ਹਨ। ਜਦੋਂ ਅਸੀਂ ਗੱਲ ਕਰਨੀ ਹੋਵੇ ਇਸ ਦੇ ਆਇਤਨ ਦੀ, ਤਾਂ ਜਾਣੀ ਕਿ ਇਸ ਘਨਾਬ ਦੇ ਵਿੱਚ ਕਿੰਨੀ ਕੋਈ ਵਸਤੂ ਆ ਸਕਦੀ ਹੈ, ਤਾਂ ਉਹ ਸਾਡੇ ਕੋਲ ਹੁੰਦੀ ਹੈ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ, ਜਾਣੀ ਕਿ L ਇੰਟੂ B ਇੰਟੂ H। ਇਸ ਤਰ੍ਹਾਂ ਅਸੀਂ ਘਨਾਬ ਦਾ ਜੋ ਹੈ ਆਇਤਨ ਜਾਂ ਘਨਫਲ ਪਤਾ ਕਰ ਸਕਦੇ ਹਾਂ। ਅਗਲੀ ਆਕ੍ਰਿਤੀ ਸਾਡੇ ਕੋਲ ਹੈ ਘਨ। ਘਨ ਅਜਿਹੀ ਆਕ੍ਰਿਤੀ ਹੁੰਦੀ ਹੈ ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ, ਜਾਣੀ ਕਿ ਲੰਬਾਈ, ਚੌੜਾਈ ਅਤੇ ਉਚਾਈ ਤਿੰਨੋਂ ਹੀ ਆਪਸ ਵਿੱਚ ਬਰਾਬਰ ਹੁੰਦੀਆਂ ਹਨ। ਤਾਂ ਜਿਸ ਤਰ੍ਹਾਂ ਘਨਾਬ ਦਾ ਜੋ ਆਇਤਨ ਸੀ ਉਹ ਸਾਡੇ ਕੋਲ ਸੀ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ, ਇਸੇ ਤਰ੍ਹਾਂ ਅਸੀਂ ਲੰਬਾਈ ਦੀ ਜਗ੍ਹਾ 'ਤੇ ਵੀ A ਲਿਖ ਦੇਵਾਂਗੇ, ਚੌੜਾਈ ਦੀ ਜਗ੍ਹਾ 'ਤੇ ਵੀ A ਲਿਖ ਦੇਵਾਂਗੇ ਅਤੇ ਉਚਾਈ ਦੀ ਜਗ੍ਹਾ 'ਤੇ ਵੀ A ਲਿਖ ਦੇਵਾਂਗੇ। ਇਸ ਤਰ੍ਹਾਂ ਅਸੀਂ ਜੋ ਹੈ ਉਹ ਘਨ ਦਾ ਆਇਤਨ ਜਾਂ ਘਨਫਲ ਪਤਾ ਕਰ ਸਕਦੇ ਹਾਂ। ਹੁਣ ਜੇਕਰ ਕੁਝ ਕੁ ਐਗਜ਼ਾਮਪਲਸ ਲੈ ਕੇ ਦੇਖੀਏ, ਤਾਂ ਸਾਡੇ ਕੋਲ ਇੱਕ ਘਨ ਆਕਾਰ ਦਾ ਡੱਬਾ ਹੈ। ਇਸ ਦੇ ਵਿੱਚ ਅਸੀਂ ਛੋਟੇ ਡੱਬੇ ਘਨ ਆਕਾਰ ਦੇ ਪਾਉਣਾ ਚਾਹੁੰਦੇ ਹਾਂ, ਤਾਂ ਕਿੰਨੇ ਛੋਟੇ ਡੱਬੇ ਇਸ ਵੱਡੇ ਡੱਬੇ ਦੇ ਵਿੱਚ ਆ ਸਕਦੇ ਹਨ, ਉਸ ਨੂੰ ਪਤਾ ਕਰਨ ਦੇ ਲਈ ਤਾਂ ਸਾਡੇ ਕੋਲ ਜੋ ਵੱਡਾ ਡੱਬਾ ਹੈ ਉਸ ਦਾ ਅਸੀਂ ਸਭ ਤੋਂ ਪਹਿਲਾਂ ਘਨਫਲ ਜਾਂ ਆਇਤਨ ਪਤਾ ਕਰਾਂਗੇ। ਇਸੇ ਤਰ੍ਹਾਂ ਜੋ ਛੋਟੇ ਡੱਬੇ ਹਨ ਉਹਨਾਂ ਦਾ ਆਇਤਨ ਪਤਾ ਕਰਾਂਗੇ। ਤਾਂ ਦੋਨਾਂ ਦਾ ਆਇਤਨ ਜਾਂ ਘਨਫਲ ਪਤਾ ਕਰਨ ਤੋਂ ਬਾਅਦ ਅਸੀਂ ਆਸਾਨੀ ਦੇ ਨਾਲ ਪਤਾ ਕਰ ਸਕਦੇ ਹਾਂ ਕਿ ਸਾਡੇ ਕੋਲ ਜੋ ਵੱਡਾ ਡੱਬਾ ਹੈ ਉਸ ਵਿੱਚ ਕਿੰਨੇ ਛੋਟੇ ਡੱਬੇ ਆਉਣਗੇ। ਇਸ ਤਰ੍ਹਾਂ ਦੀਆਂ ਉਦਾਹਰਨਾਂ ਸਾਨੂੰ ਅਕਸਰ ਆਪਣੀ ਜ਼ਿੰਦਗੀ ਦੇ ਵਿੱਚ ਮਿਲਦੀਆਂ ਹਨ, ਜੋ ਕਿ ਅਸੀਂ ਪੂਰੇ ਫਾਰਮੂਲੇ ਲਗਾ ਕੇ ਹੱਲ ਕਰ ਸਕਦੇ ਹਾਂ। ਬੇਲਣ ਦਾ ਆਇਤਨ। ਬੇਲਣ ਜਿਸ ਤਰ੍ਹਾਂ ਕਿ ਘਰਾਂ ਦੇ ਵਿੱਚ ਸਿਲੰਡਰ ਹੁੰਦਾ ਹੈ, ਇਸੇ ਲਈ ਇਸ ਦਾ ਨਾਮ ਸਿਲੰਡਰੀਕਲ ਸ਼ੇਪ ਵੀ ਕਿਹਾ ਜਾਂਦਾ ਹੈ। ਬੇਲਣ ਦਾ ਜੇਕਰ ਸਾਡੇ ਕੋਲ ਅਰਧ ਵਿਆਸ R ਹੈ, ਉਚਾਈ ਜੋ ਹੈ ਸਾਡੇ ਕੋਲ H ਹੈ, ਤਾਂ ਬੇਲਣ ਦਾ ਜੋ ਆਇਤਨ ਆਏਗਾ ਉਹ ਆਏਗਾ πr² H। ਤਾਂ ਇਸ ਤਰ੍ਹਾਂ ਇਸ ਫਾਰਮੂਲੇ ਦੀ ਵਰਤੋਂ ਕਰਕੇ ਅਸੀਂ ਬੇਲਣ ਦਾ ਜੋ ਹੈ ਆਇਤਨ ਪਤਾ ਕਰ ਸਕਦੇ ਹਾਂ। ਸਾਡੇ ਰੋਜ਼ਾਨਾ ਜੀਵਨ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਜੋ ਪਾਣੀ ਵਾਲੀ ਟੈਂਕੀ ਹੁੰਦੀ ਹੈ ਉਹ ਆਮ ਤੌਰ 'ਤੇ ਬੇਲਨਾਕਾਰ ਆਕਾਰ ਦੀ ਹੀ ਹੁੰਦੀ ਹੈ। ਤਾਂ ਉਸ ਵਿੱਚ ਕਿੰਨਾ ਪਾਣੀ ਆ ਸਕਦਾ ਹੈ, ਉਹ ਅਸੀਂ πr² H ਫਾਰਮੂਲੇ ਦੀ ਵਰਤੋਂ ਕਰਦੇ ਹੋਏ ਪਤਾ ਕਰ ਸਕਦੇ ਹਾਂ। ਇਸ ਦੀਆਂ ਕੁਝ ਕੁ ਹੋਰ ਉਦਾਹਰਨਾਂ ਅਸੀਂ ਦੇਖ ਸਕਦੇ ਹਾਂ, ਜਿਸ ਤਰ੍ਹਾਂ ਕਿ ਸਾਡੇ ਕੋਲ ਕੋਲਡ ਡਰਿੰਕ ਜੋ ਹੈ, ਸੌਫਟ ਡਰਿੰਕ ਆਉਂਦੇ ਹਨ। ਇਸੇ ਤਰ੍ਹਾਂ ਸਾਡਾ ਜੋ ਇੱਕ ਸੈੱਲ ਰਿਮੋਟ ਵਾਲੇ ਹਨ, ਅਤੇ ਇਸੇ ਤਰ੍ਹਾਂ ਜੋ ਵੈਲਡਿੰਗ ਦੇ ਲਈ ਆਕਸੀਜਨ ਵਾਲੇ ਸਿਲੰਡਰ ਆਉਂਦੇ ਹਨ, ਉਸ ਦੇ ਵਿੱਚ ਕਿੰਨੀ ਆਕਸੀਜਨ ਆ ਸਕਦੀ ਹੈ। ਕਈ ਸਿਲੰਡਰ ਜਿਹੜੇ ਹੁੰਦੇ ਹਨ ਉਹ ਵੱਡੀ ਆਕਾਰ ਦੇ ਹੁੰਦੇ ਹਨ, ਕਈ ਛੋਟੇ ਆਕਾਰ ਦੇ ਹੁੰਦੇ ਹਨ। ਤਾਂ ਇਸ ਦੇ ਵਿੱਚ ਕਿੰਨੀ ਜਿਹੜੀ ਗੈਸ ਹੈ ਉਹ ਆ ਸਕਦੀ ਹੈ,
ਉਹ ਨਿਰਭਰ ਕਰਦਾ ਹੈ ਉਸ ਦੇ ਆਇਤਨ ਦੇ ਉੱਤੇ। ਜਿੰਨਾ ਸਿਲੰਡਰ ਵੱਡਾ ਤਾਂ ਉਸ ਦੇ ਵਿੱਚ ਓਨੀ ਹੀ ਉਸ ਦੇ ਵਿੱਚ ਗੈਸ ਆ ਸਕਦੀ ਹੈ। ਤਾਂ ਇਸ ਤਰ੍ਹਾਂ ਆਇਤਨ ਦਾ ਸਾਡੇ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ। ਇਸ ਤੋਂ ਬਾਅਦ ਹੁਣ ਅਸੀਂ ਅਗਲੀ ਆਕ੍ਰਿਤੀ ਬਾਰੇ ਗੱਲ ਕਰਦੇ ਹਾਂ, ਜੋ ਕਿ ਸਾਡੇ ਕੋਲ ਹੈ ਸ਼ੰਕੂ। ਸ਼ੰਕੂ, ਜਿਸ ਤਰ੍ਹਾਂ ਕਿ ਅਸੀਂ ਖੇਤਰਫਲ ਦਾ ਚੈਪਟਰ ਜਦੋਂ ਕੀਤਾ ਸੀ, ਖੇਤਰਫਲ ਬਾਰੇ ਕੀਤਾ ਸੀ, ਉਸ ਟਾਈਮ ਵੀ ਅਸੀਂ ਡਿਸਕਸ ਕੀਤਾ ਸੀ ਕਿ ਸ਼ੰਕੂ ਜੋ ਹੁੰਦਾ ਹੈ ਇੱਕ ਅਜਿਹੀ ਆਕ੍ਰਿਤੀ ਹੁੰਦੀ ਹੈ ਜਿਸ ਤਰ੍ਹਾਂ ਕਿ ਸਰਕਸ ਦਾ ਜੋ ਜੋਕਰ ਹੁੰਦਾ ਹੈ ਉਸ ਦੀ ਟੋਪੀ। ਤਾਂ ਹੁਣ ਮੰਨ ਲਓ ਜੋ ਸ਼ੰਕੂ ਹੈ ਉਸ ਦਾ ਅਰਧ ਵਿਆਸ r ਹੈ, ਉਚਾਈ h ਹੈ, ਤਾਂ ਸ਼ੰਕੂ ਦਾ ਜੋ ਆਇਤਨ ਆਏਗਾ ਸਾਡੇ ਕੋਲ ਉਹ ਆ ਜਾਏਗਾ 1/3 ਪਾਈ r ਸਕੁਏਅਰ h। ਤਾਂ ਇਸ ਦੀ ਵਰਤੋਂ ਕਰਦੇ ਹੋਏ ਅਸੀਂ ਜੋ ਹੈ ਸ਼ੰਕੂ ਦਾ ਆਇਤਨ ਪਤਾ ਕਰ ਸਕਦੇ ਹਾਂ। ਜੇਕਰ ਸਾਡੇ ਕੋਲ ਇੱਕੋ ਹੀ ਉਚਾਈ ਅਤੇ ਇੱਕੋ ਹੀ ਅਰਧ ਵਿਆਸ ਦੇ ਸਿਲੰਡਰ ਅਤੇ ਸ਼ੰਕੂ ਹੋਣ ਤਾਂ ਉਹਨਾਂ ਵਿੱਚ ਇੱਕ ਗੂੜਾ ਸੰਬੰਧ ਹੁੰਦਾ ਹੈ। ਤਾਂ ਸਾਡੇ ਕੋਲ ਜੇਕਰ ਬੇਲਨ ਅਤੇ ਸ਼ੰਕੂ ਦੇ ਵਿੱਚ ਬੇਲਨ ਦਾ ਅਰਧ ਵਿਆਸ ਬਰਾਬਰ ਹੈ ਸ਼ੰਕੂ ਦਾ ਅਰਧ ਵਿਆਸ, ਜਿਸ ਨੂੰ ਕਿ ਅਸੀਂ r ਲਿਖ ਲਿਆ ਹੈ, ਸ਼ੰਕੂ ਦੀ ਉਚਾਈ ਬਰਾਬਰ ਹੈ ਬੇਲਨ ਦੀ ਉਚਾਈ ਯਾਨੀ ਕਿ h, ਤਾਂ ਸਾਡੇ ਕੋਲ ਸਭ ਤੋਂ ਪਹਿਲਾਂ ਤਸਵੀਰ ਦੇ ਵਿੱਚ ਇੱਕ ਬੇਲਨ ਆਕਾਰ ਦੀ ਆਕ੍ਰਿਤੀ ਆਈ ਹੈ। ਉਸ ਤੋਂ ਬਾਅਦ ਤਿੰਨ ਜੋ ਹਨ ਸ਼ੰਕੂ ਆਕਾਰ ਦੀਆਂ ਆਈਆਂ ਹਨ, ਤਾਂ ਜਿਨ੍ਹਾਂ ਦਾ ਅਰਧ ਵਿਆਸ ਅਤੇ ਉਚਾਈ ਜੋ ਹੈ ਉਹ ਬਰਾਬਰ ਹੈ। ਤਾਂ ਅਸੀਂ ਦੇਖਦੇ ਹਾਂ ਕਿ ਜਿੰਨਾ ਬੇਲਨ ਦੇ ਵਿੱਚ ਜੋ ਤਰਲ ਪਦਾਰਥ ਜਾਂ ਕੋਈ ਵੀ ਵਸਤੂ ਆ ਸਕਦੀ ਹੈ, ਤਾਂ ਉਸੇ ਅਰਧ ਵਿਆਸ ਅਤੇ ਉਸੇ ਜੋ ਉਚਾਈ ਦੇ ਤਿੰਨ ਸ਼ੰਕੂ ਲਈਏ ਤਾਂ ਉਹਨਾਂ ਦੇ ਵਿੱਚ ਓਨਾ ਹੀ ਮਟੀਰੀਅਲ, ਓਨਾ ਹੀ ਤਰਲ ਪਦਾਰਥ ਜਾਂ ਕੋਈ ਵਸਤੂ ਆਏਗੀ। ਇਸ ਦਾ ਮਤਲਬ ਹੈ ਕਿ ਸੇਮ ਉਚਾਈ ਅਤੇ ਸੇਮ ਅਰਧ ਵਿਆਸ ਦੇ ਨਾਲ ਜਦੋਂ ਅਸੀਂ ਸ਼ੰਕੂ ਨੂੰ ਦੇਖਦੇ ਹਾਂ ਅਤੇ ਜਦੋਂ ਅਸੀਂ ਬੇਲਨ ਨੂੰ ਦੇਖਦੇ ਹਾਂ ਤਾਂ ਬੇਲਨ ਦਾ ਜੋ ਆਇਤਨ ਹੈ ਸ਼ੰਕੂ ਦੇ ਆਇਤਨ ਦੇ 3 ਗੁਣਾ ਦੇ ਬਰਾਬਰ ਹੁੰਦਾ ਹੈ। ਅਸੀਂ ਇਸ ਨੂੰ ਆਪਣੇ ਲੈਬ ਦੇ ਵਿੱਚ ਪ੍ਰੈਕਟੀਕਲ ਰੂਪ ਦੇ ਵਿੱਚ ਵੀ ਕਰ ਸਕਦੇ ਹਾਂ। ਸਾਡੀ ਲੈਬ ਦੇ ਵਿੱਚ ਜੋ ਹਨ ਸ਼ੰਕੂ ਆਕਾਰ ਅਵੇਲੇਬਲ ਹਨ, ਤਾਂ ਜਿਨ੍ਹਾਂ ਦੀ ਵਰਤੋਂ ਕਰਦੇ ਹੋਏ ਅਸੀਂ ਅੱਗੇ ਇਸ ਨੂੰ ਪ੍ਰੈਕਟੀਕਲ ਰੂਪ ਵਿੱਚ ਕਰ ਸਕਦੇ ਹਾਂ। ਤਾਂ ਇੱਕ ਸੀ ਉੱਥੇ ਜਦੋਂ ਪ੍ਰੈਕਟੀਕਲ ਕਰਨਾ ਹੋਵੇ ਤਾਂ ਸ਼ੰਕੂ ਆਕਾਰ ਦੀ ਵਸਤੂ ਦੇ ਵਿੱਚ ਪਾਣੀ ਅਸੀਂ ਫਿਲ ਕਰ ਸਕਦੇ ਹਾਂ, ਪੂਰੀ ਚੰਗੀ ਤਰ੍ਹਾਂ ਭਰ ਸਕਦੇ ਹਾਂ ਅਤੇ ਉਸੇ ਆਕਾਰ ਦਾ ਇੱਕ ਬੇਲਨ ਲੈ ਲਵਾਂਗੇ। ਤਾਂ ਅਸੀਂ ਦੇਖਾਂਗੇ ਕਿ ਸਾਨੂੰ ਬੇਲਨ ਨੂੰ ਪੂਰੀ ਤਰ੍ਹਾਂ ਭਰਨ ਦੇ ਲਈ 3 ਵਾਰ ਜੋ ਹੈ ਸ਼ੰਕੂ ਨੂੰ ਪੂਰੀ ਚੰਗੀ ਤਰ੍ਹਾਂ ਭਰ ਕੇ ਵਿੱਚ ਬੇਲਨ ਦੇ ਪਾਉਣਾ ਪਿਆ ਹੈ, ਤਾਂ ਕਰਕੇ ਤਾਂ ਉਹ ਪੂਰੀ ਤਰ੍ਹਾਂ ਭਰੇਗਾ। ਤਾਂ ਇਸ ਤਰ੍ਹਾਂ ਸਾਨੂੰ ਪਤਾ ਲੱਗਦਾ ਹੈ ਕਿ ਬੇਲਨ ਦਾ ਆਇਤਨ ਬਰਾਬਰ ਹੈ 3 ਗੁਣਾ ਸ਼ੰਕੂ ਦਾ ਆਇਤਨ, ਜੇਕਰ ਉਹਨਾਂ ਦਾ ਅਰਧ ਵਿਆਸ ਅਤੇ ਉਚਾਈਆਂ ਜੋ ਹਨ ਉਹ ਬਰਾਬਰ ਹੋਣ। ਹੁਣ ਅਸੀਂ ਗੱਲ ਕਰਦੇ ਹਾਂ ਕੁਝ ਕੁ ਸ਼ੰਕੂ ਦੀਆਂ ਉਦਾਹਰਨਾਂ। ਜਿਸ ਤਰ੍ਹਾਂ ਕਿ ਸਾਨੂੰ ਪਤਾ ਹੀ ਹੈ ਕਿ ਜੋ ਕੈਪ ਅਕਸਰ ਜਨਮ ਦਿਨ ਟਾਈਮ 'ਤੇ ਬੱਚੇ ਯੂਜ਼ ਕਰਦੇ ਹਨ ਅਤੇ ਜਾਂ ਗਾਰਡਨ ਦੇ ਵਿੱਚ ਜਾ ਕੇ ਅਸੀਂ ਦੇਖਦੇ ਹਾਂ ਕਿ ਪੌਦਿਆਂ ਦੀ ਕਟਾਈ ਕੀਤੀ ਹੁੰਦੀ ਹੈ, ਉਹ ਅਕਸਰ ਸ਼ੰਕੂ ਆਕਾਰ ਦੀ ਹੀ ਹੁੰਦੀ ਹੈ। ਗੋਲਾ ਇੱਕ 3 ਪਸਾਰੀ ਆਕ੍ਰਿਤੀ ਹੈ ਜਿਸ ਦੇ ਵਿੱਚ ਸਾਰੇ ਬਿੰਦੂਆਂ ਦੀ ਦੂਰੀ ਜੋ ਹੈ ਕੇਂਦਰ ਤੋਂ ਬਰਾਬਰ ਹੁੰਦੀ ਹੈ। ਜੇਕਰ ਗੋਲੇ ਦਾ ਅਰਧ ਵਿਆਸ r ਹੋਵੇ ਤਾਂ ਗੋਲੇ ਦਾ ਜੋ ਆਇਤਨ ਹੁੰਦਾ ਹੈ ਉਹ ਸਾਡੇ ਕੋਲ ਆ ਜਾਏਗਾ 4/3 ਪਾਈ r ਦੀ ਪਾਵਰ 3। ਇਸ ਤਰ੍ਹਾਂ ਅਸੀਂ ਗੋਲੇ ਦਾ ਜੋ ਹੈ ਉਹ ਆਇਤਨ ਪਤਾ ਕਰ ਸਕਦੇ ਹਾਂ। ਗੋਲਾ ਸਾਡੀ ਜ਼ਿੰਦਗੀ ਦੇ ਵਿੱਚ ਹਰ ਥਾਵਾਂ ਦੇ ਉੱਤੇ ਅਸੀਂ ਅਕਸਰ ਯੂਜ਼ ਕਰਦੇ ਹਾਂ, ਜਿਸ ਤਰ੍ਹਾਂ ਕਿ ਫੁੱਟਬਾਲ ਹੋ ਗਿਆ, ਕੋਈ ਗਲੋਬ ਹੋ ਗਿਆ ਜੋ ਸਾਡੇ ਆਫਿਸਿਸ ਦੇ ਵਿੱਚ ਹੁੰਦਾ ਹੈ। ਤਾਂ ਇੱਕ ਫੁੱਟਬਾਲ ਦੇ ਵਿੱਚ ਕਿੰਨੀ ਹਵਾ ਆ ਸਕਦੀ ਆ, ਇਹ ਪਤਾ ਕਰਨ ਦੇ ਲਈ ਅਸੀਂ ਜੋ ਸੂਤਰ ਲਗਾ ਸਕਦੇ ਹਾਂ ਉਹ ਹੈ 4/3 ਪਾਈ r ਦੀ ਪਾਵਰ 3। ਉਸ ਤੋਂ ਬਾਅਦ ਸਾਡੇ ਕੋਲ ਹੈ ਅਗਲੀ ਆਕ੍ਰਿਤੀ ਅਰਧਗੋਲਾ। ਜਿਸ ਤਰ੍ਹਾਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ ਅਰਧਗੋਲਾ। ਜੇਕਰ ਅਸੀਂ ਇੱਕ ਗੋਲੇ ਨੂੰ 2 ਬਰਾਬਰ ਹਿੱਸਿਆਂ ਦੇ ਵਿੱਚ ਕੱਟ ਦਿੰਦੇ ਹਾਂ ਤਾਂ ਸਾਡੇ ਕੋਲ ਜੋ ਆਕ੍ਰਿਤੀ ਪ੍ਰਾਪਤ ਹੁੰਦੀ ਹੈ ਉਹ ਅਖਵਾਉਂਦੀ ਹੈ ਅਰਧਗੋਲਾ। ਅਤੇ ਜੇਕਰ ਅਰਧਗੋਲੇ ਦਾ ਅਰਧ ਵਿਆਸ r ਹੈ ਤਾਂ ਅਰਧਗੋਲੇ ਦਾ ਜੋ ਆਇਤਨ ਆਏਗਾ ਸਾਡੇ ਕੋਲ ਉਹ ਸਾਡੇ ਕੋਲ ਆ ਜਾਏਗਾ 2/3
ਪਾਈ r ਦੀ ਪਾਵਰ 3। ਤਾਂ ਇਸ ਸੂਤਰ ਦੀ ਵਰਤੋਂ ਕਰਕੇ ਅਸੀਂ ਅਰਧ ਗੋਲੇ ਦਾ ਜੋ ਹੈ ਆਇਤਨ ਜੋ ਹੈ ਉਹ ਪਤਾ ਕਰ ਸਕਦੇ ਹਾਂ। ਜੇਕਰ ਇਸ ਦੀ ਉਦਾਹਰਨ ਲਈਏ ਤਾਂ ਸਾਡੇ ਕੋਲ ਸਭ ਤੋਂ ਵਧੀਆ ਇਸ ਦੀ ਉਦਾਹਰਨ ਜਿਹੜੀ ਕਿ ਅਸੀਂ ਘਰਾਂ ਵਿੱਚ ਅਕਸਰ ਵਰਤੋਂ ਵਿੱਚ ਲੈ ਕੇ ਆਉਂਦੇ ਹਾਂ, ਕਟੋਰੀ ਜੋ ਹੈ ਖਾਣਾ ਖਾਣ ਸਮੇਂ ਅਸੀਂ ਵਰਤੋਂ ਵਿੱਚ ਲੈ ਕੇ ਆਉਂਦੇ ਹਾਂ, ਤਾਂ ਉਹ ਅਰਧ ਗੋਲੇ ਦੀ ਸਭ ਤੋਂ ਵਧੀਆ ਉਦਾਹਰਨ ਹੈ। ਤਾਂ ਜਿਸ ਦਾ ਅਸੀਂ ਆਇਤਨ ਪਤਾ ਕਰਨਾ ਹੋਵੇ ਤਾਂ 2/3 ਪਾਈ r ਦੀ ਪਾਵਰ 3 ਹੋਵੇਗਾ। ਫਾਰਮੂਲੇ ਕਰਨ ਤੋਂ ਬਾਅਦ ਅਸੀਂ ਕੁਝ ਉਦਾਹਰਨਾਂ ਕਰਕੇ ਦੇਖਦੇ ਹਾਂ ਤਾਂ ਕਿ ਸਾਨੂੰ ਜੋ ਫਾਰਮੂਲੇ ਹਨ ਚੰਗੀ ਤਰ੍ਹਾਂ ਸਮਝ ਆ ਜਾਣ। ਤਾਂ ਸਭ ਤੋਂ ਪਹਿਲੀ ਜੋ ਉਦਾਹਰਨ ਅਸੀਂ ਕਰਨ ਲੱਗੇ ਹਾਂ ਕਿ ਇੱਕ ਜੂਸ ਵੇਚਣ ਵਾਲਾ ਆਪਣੇ ਗ੍ਰਾਹਕਾਂ ਨੂੰ ਬੇਲਨਾਕਾਰ ਜੂਸ ਦਾ ਗਿਲਾਸ ਦਿੰਦਾ ਹੈ ਜਿਸ ਦਾ ਅੰਦਰੂਨੀ ਵਿਆਸ 5 ਸੈਂਟੀਮੀਟਰ ਸੀ, ਪਰੰਤੂ ਗਿਲਾਸ ਦੇ ਹੇਠਲੇ ਸਿਰੇ 'ਤੇ ਇੱਕ ਅਰਧ ਗੋਲਾ ਹੈ ਜੋ ਉੱਭਰਿਆ ਹੋਇਆ ਹੈ ਜਿਸ ਨਾਲ ਗਿਲਾਸ ਦੀ ਜੋ ਧਾਰਨ ਸਮਰੱਥਾ ਹੈ ਉਹ ਘਟ ਜਾਂਦੀ ਹੈ। ਜੇਕਰ ਗਿਲਾਸ ਦੀ ਕੁੱਲ ਉਚਾਈ ਜਿਹੜੀ ਹੈ 10 ਸੈਂਟੀਮੀਟਰ ਹੈ ਤਾਂ ਇਸ ਦੀ ਧਾਰਨ ਸਮਰੱਥਾ ਜੋ ਹੈ ਉਹ ਪਤਾ ਕਰੋ। ਜਿਸ ਤਰ੍ਹਾਂ ਕਿ ਅਸੀਂ ਦੇਖ ਪਾ ਰਹੇ ਹਾਂ ਕਿ ਜੋ ਜੂਸ ਵੇਚਣ ਵਾਲਾ ਸੀ ਉਹ ਇੱਕ ਗਿਲਾਸ ਦੀ ਵਰਤੋਂ ਕਰਦਾ ਸੀ ਜਿਸ ਦਾ ਜੋ ਵਿਆਸ ਸੀ ਉਹ 5 ਸੈਂਟੀਮੀਟਰ ਸੀ ਅਤੇ ਉਸ ਦੀ ਉਚਾਈ ਜੋ ਸੀ ਉਹ 10 ਸੈਂਟੀਮੀਟਰ ਸੀ, ਪਰ ਉਸਨੇ ਜੋ ਗਿਲਾਸ ਲਿਆ ਹੋਇਆ ਸੀ ਉਸ ਦੇ ਹੇਠਲੇ ਪਾਸੇ ਇੱਕ ਅਰਧ ਗੋਲਾ ਅੰਦਰ ਵੱਲ ਨੂੰ ਉੱਭਰਿਆ ਹੋਇਆ ਸੀ ਜਿਸ ਨਾਲ ਕਿ ਜੂਸ ਦੀ ਮਾਤਰਾ ਜਿਹੜੀ ਸੀ ਉਹ ਘਟ ਜਾਂਦੀ ਸੀ। ਤਾਂ ਇਸ ਤਰ੍ਹਾਂ ਕਿੰਨਾ ਜੂਸ ਇਸ ਵਿੱਚ ਆ ਸਕਦਾ ਹੈ ਅਸੀਂ ਉਹ ਪਤਾ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਜੋ ਬੇਲਨ ਹੈ ਉਸ ਦਾ ਜੋ ਆਇਤਨ ਹੈ ਉਹ ਪਤਾ ਕਰਾਂਗੇ, ਪਰ ਉਸ ਦੇ ਵਿੱਚੋਂ ਸਾਨੂੰ ਜਿਹੜਾ ਅਰਧ ਗੋਲਾ ਹੈ ਉਹ ਮਾਈਨਸ ਕਰਨਾ ਪਏਗਾ ਤਾਂ ਸਾਡੇ ਕੋਲ ਜਿਹੜਾ ਗਲਾਸ ਦੀ ਧਾਰਨ ਸਮਰੱਥਾ ਆ ਜਾਏਗੀ। ਹੁਣ ਅਸੀਂ ਬੇਲਨਾਕਾਰ ਜੋ ਗਿਲਾਸ ਹੈ ਉਸ ਦਾ ਆਇਤਨ ਪਤਾ ਕਰਦੇ ਹਾਂ। ਤਾਂ ਬੇਲਨਾਕਾਰ ਗਿਲਾਸ ਦਾ ਵਿਆਸ ਬਰਾਬਰ ਹੈ 5 ਸੈਂਟੀਮੀਟਰ। ਤਾਂ ਬੇਲਨਾਕਾਰ ਗਿਲਾਸ ਦਾ ਅਰਧ ਵਿਆਸ ਸਾਨੂੰ ਪਤਾ ਹੈ ਕਿ ਵਿਆਸ ਤੋਂ ਅੱਧ ਹੁੰਦਾ ਹੈ, ਤਾਂ ਉਹ ਸਾਡੇ ਕੋਲ ਆ ਜਾਏਗਾ 2.5 ਸੈਂਟੀਮੀਟਰ। ਅਰਧ ਗੋਲੇ ਦਾ ਅਰਧ ਵਿਆਸ ਕਿਉਂਕਿ ਸੇਮ ਹੀ ਵਿਆਸ ਦੇ ਹਨ ਤਾਂ ਇਸ ਦਾ ਵੀ ਅਰਧ ਵਿਆਸ ਜੋ ਹੈ 2.5 ਸੈਂਟੀਮੀਟਰ ਆ ਜਾਏਗਾ। ਬੇਲਨਾਕਾਰ ਗਿਲਾਸ ਦੀ ਉਚਾਈ ਬਰਾਬਰ ਹੈ 10 ਸੈਂਟੀਮੀਟਰ ਜੋ ਕਿ ਸਾਨੂੰ ਸਵਾਲ ਦੇ ਵਿੱਚ ਦਿੱਤੀ ਹੋਈ ਹੈ। ਹੁਣ ਇਸ ਤੋਂ ਬਾਅਦ ਜੋ ਇਸ ਦੀ ਧਾਰਨ ਸਮਰੱਥਾ ਹੈ ਅਸੀਂ ਉਹ ਪਤਾ ਕਰਨੀ ਹੈ। ਤਾਂ ਗਿਲਾਸ ਦੀ ਧਾਰਨ ਸਮਰੱਥਾ ਬਰਾਬਰ ਹੈ ਬੇਲਨ ਦਾ ਆਇਤਨ ਮਾਈਨਸ ਅਰਧ ਗੋਲੇ ਦਾ ਆਇਤਨ। ਤਾਂ ਸਾਨੂੰ ਪਤਾ ਹੈ ਕਿ ਅਸੀਂ ਬੇਲਨ ਦਾ ਆਇਤਨ ਹੁੰਦਾ ਹੈ ਪਾਈ r ਸਕੁਏਅਰ h, ਜਿਸ ਦੇ ਵਿੱਚੋਂ 2/3 ਪਾਈ r ਕਿਊਬ ਜੋ ਹੈ ਉਹ ਅਸੀਂ ਮਾਈਨਸ ਕਰ ਦੇਵਾਂਗੇ। 2/3 ਪਾਈ r ਕਿਊਬ ਜਿਹੜਾ ਹੈ ਅਰਧ ਗੋਲੇ ਦਾ ਆਇਤਨ ਹੈ। ਜਦੋਂ ਅਸੀਂ ਇਸ ਦੇ ਵਿੱਚੋਂ ਕਾਮਨ ਕੱਢ ਕੇ ਦੇਖਦੇ ਹਾਂ ਤਾਂ ਪਾਈ r ਸਕੁਏਅਰ ਸਾਂਝਾ ਆ ਜਾਂਦਾ ਹੈ, ਕਾਮਨ ਆ ਜਾਂਦਾ ਹੈ ਅਤੇ ਬ੍ਰੈਕਟ ਦੇ ਵਿੱਚ ਸਾਡੇ ਕੋਲ ਬਚ ਜਾਂਦਾ ਹੈ h ਮਾਈਨਸ r। ਹੁਣ ਸਾਡੇ ਕੋਲ ਮੁੱਲ ਦਿੱਤੇ ਹੋਏ ਹਨ, ਉਹ ਮੁੱਲ ਅਸੀਂ ਦਿੱਤੀ ਹੋਈ ਜਗ੍ਹਾ ਦੇ ਉੱਤੇ ਭਰ ਦੇਵਾਂਗੇ। ਤਾਂ ਪਾਈ ਦਾ ਮੁੱਲ ਜੋ ਹੈ ਉਹ ਸਾਡੇ ਕੋਲ ਹੈ 22/7, r ਦਾ ਮੁੱਲ ਸਾਡੇ ਕੋਲ ਹੈ 2.5 ਅਤੇ h ਦਾ ਮੁੱਲ ਜੋ ਹੈ ਸਾਡੇ ਕੋਲ 10। ਤਾਂ ਹੁਣ ਸਭ ਤੋਂ ਪਹਿਲਾਂ ਅਸੀਂ ਬ੍ਰੈਕਟ ਨੂੰ ਹੱਲ ਕਰਾਂਗੇ। ਜਦੋਂ ਬ੍ਰੈਕਟ ਨੂੰ ਹੱਲ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 22/7 ਗੁਣਾ 2.5 ਗੁਣਾ 2.5 ਗੁਣਾ 7.5। 2.5 ਨੂੰ 2.5 ਦੇ ਨਾਲ ਅਸੀਂ ਗੁਣਾ ਕਰਾਂਗੇ ਤਾਂ ਸਾਡੇ ਕੋਲ ਆਏਗਾ 6.25 ਗੁਣਾ 7.5। ਜਦੋਂ ਅਸੀਂ ਇਸ ਸਾਰੇ ਨੂੰ ਸੋਲਵ ਕਰਦੇ ਹਾਂ, ਹੱਲ ਕਰਦੇ ਹਾਂ ਤਾਂ ਸਾਡੇ ਕੋਲ ਉੱਤਰ ਆ ਜਾਂਦਾ ਹੈ 163.54 ਸੈਂਟੀਮੀਟਰ ਕਿਊਬ। ਇਸ ਤਰ੍ਹਾਂ ਅਸੀਂ ਜੋ ਸਾਡੇ ਕੋਲ ਬੇਲਨਾਕਾਰ ਗਿਲਾਸ ਸੀ ਜਿਸ ਦੇ ਹੇਠਲੇ ਪਾਸੇ ਅਰਧ ਗੋਲਾ ਅੰਦਰ ਵੱਲ ਨੂੰ ਉੱਭਰਿਆ ਹੋਇਆ ਸੀ ਉਸ ਦੀ ਧਾਰਨ ਸਮਰੱਥਾ ਪਤਾ ਕਰ ਲਈ ਹੈ ਜੋ ਕਿ ਸਾਡੇ ਕੋਲ ਆਈ ਹੈ 163.54 ਸੈਂਟੀਮੀਟਰ ਕਿਊਬ। ਆਓ ਇੱਕ ਹੋਰ ਉਦਾਹਰਨ ਕਰਦੇ ਹਾਂ
ਤਾਂ ਕਿ ਸਾਨੂੰ ਜੋ ਸੂਤਰ ਕੀਤੇ ਹਨ ਚੰਗੀ ਤਰ੍ਹਾਂ ਸਮਝ ਆ ਜਾਣ। ਸਭ ਤੋਂ ਪਹਿਲਾਂ ਸਾਨੂੰ ਜੋ ਕਿਹਾ ਗਿਆ ਹੈ, ਉਸ ਗੋਲੇ ਦਾ ਆਇਤਨ ਪਤਾ ਕਰੋ ਜਿਸ ਦਾ ਅਰਧ ਵਿਆਸ 7 ਸੈਂਟੀਮੀਟਰ ਹੈ। ਤਾਂ ਅਸੀਂ ਇੱਕ ਗੋਲਾ ਹੈ ਜਿਸ ਦਾ ਅਰਧ ਵਿਆਸ 7 ਸੈਂਟੀਮੀਟਰ ਹੈ, ਉਸ ਦਾ ਆਇਤਨ ਜੋ ਹੈ ਪਤਾ ਕਰਨਾ ਹੈ। ਜੇਕਰ ਸਾਨੂੰ ਸੂਤਰ ਚੰਗੀ ਤਰ੍ਹਾਂ ਆਉਂਦੇ ਹਨ ਤਾਂ ਇਸ ਤਰ੍ਹਾਂ ਦੇ ਸਵਾਲ ਹੱਲ ਕਰਨਾ ਬਹੁਤ ਹੀ ਆਸਾਨ ਹੋਏਗਾ। ਤਾਂ ਸਭ ਤੋਂ ਪਹਿਲਾਂ ਇਸ ਸਵਾਲ ਦੇ ਵਿੱਚ ਅਸੀਂ ਲਿਖਾਂਗੇ ਗੋਲੇ ਦਾ ਅਰਧ ਵਿਆਸ ਬਰਾਬਰ ਹੈ 7 ਸੈਂਟੀਮੀਟਰ। ਉਸ ਤੋਂ ਬਾਅਦ ਅਸੀਂ ਇਸ ਦਾ ਸੂਤਰ ਲਿਖਾਂਗੇ। ਗੋਲੇ ਦਾ ਆਇਤਨ ਬਰਾਬਰ ਹੈ 4/3 ਪਾਈ r ਦੀ ਪਾਵਰ 3। ਹੁਣ ਕਿਉਂਕਿ ਸਾਨੂੰ ਪਾਈ ਦਾ ਮੁੱਲ ਪਤਾ ਹੈ ਕਿੰਨਾ ਹੁੰਦਾ ਹੈ, 22/7 ਹੁੰਦਾ ਹੈ, ਤਾਂ ਅਸੀਂ ਪਾਈ ਦੀ ਜਗ੍ਹਾ ਤੇ 22/7 ਲਿਖ ਦੇਵਾਂਗੇ। ਅਤੇ ਇਸ ਸਵਾਲ ਦੇ ਵਿੱਚ ਸਾਡੇ ਕੋਲ r ਦਾ ਜੋ ਮੁੱਲ ਦਿੱਤਾ ਹੈ ਉਹ ਦਿੱਤਾ ਹੈ 7। ਤਾਂ ਇਸ ਤਰ੍ਹਾਂ ਅਸੀਂ ਲਿਖਾਂਗੇ 7 × 7 × 7। ਤਾਂ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਦੇ ਵਿੱਚ ਅੰਸ਼ ਦੇ ਵਿੱਚ 7 ਹੈ ਅਤੇ ਹਰ ਦੇ ਵਿੱਚ ਵੀ 7 ਹੈ, ਜੋ ਕਿ ਇੱਕ ਵਾਰ ਇੱਕ ਦੂਜੇ ਨਾਲ ਕੈਂਸਲ ਹੋ ਜਾਣਗੇ, ਤਾਂ ਸਾਡੇ ਕੋਲ ਬਚ ਜਾਏਗਾ 4/3 × 22 × 7 × 7, ਜੋ ਕਿ ਆ ਜਾਏਗਾ 4312/3। ਇਸ ਤਰ੍ਹਾਂ ਸਾਡੇ ਕੋਲ ਜੋ ਗੋਲੇ ਦਾ ਆਇਤਨ ਹੈ ਉਹ ਆ ਜਾਏਗਾ 1437.33 ਸੈਂਟੀਮੀਟਰ ਦੀ ਪਾਵਰ 3। ਇਸ ਤਰ੍ਹਾਂ ਅਸੀਂ ਜੋ ਅਰਧ ਗੋਲਾ, ਜੋ ਸਾਡੇ ਕੋਲ ਗੋਲਾ ਸੀ ਜਿਸ ਦਾ ਸਾਡੇ ਕੋਲ ਅਰਧ ਵਿਆਸ 7 ਸੈਂਟੀਮੀਟਰ ਸੀ, ਉਸ ਦਾ ਆਇਤਨ ਪਤਾ ਕਰ ਲਿਆ ਹੈ। ਪਿਆਰੇ ਬੱਚੋ, ਜੋ ਅਸੀਂ ਪਾਵਰ ਲਗਾਈ ਹੈ ਇਕਾਈ ਦੀ, ਉਹ 3 ਲਗਾਈ ਹੈ, ਕਿਉਂਕਿ ਆਇਤਨ ਦੇ ਸਮੇਂ ਜੋ ਵੀ ਇਕਾਈ ਹੁੰਦੀ ਹੈ ਉਸ ਦੀ ਪਾਵਰ 3 ਲੱਗਦੀ ਹੈ, ਅਤੇ ਜਦੋਂ ਖੇਤਰਫਲ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਉਸ ਦੀ ਪਾਵਰ ਜੋ ਹੈ 2 ਲਗਾਈ ਜਾਂਦੀ ਹੈ। ਆਓ ਹੁਣ ਇੱਕ ਹੋਰ ਐਗਜ਼ਾਮਪਲ ਕਰਦੇ ਹਾਂ ਤਾਂ ਕਿ ਸਾਨੂੰ ਜੋ ਸਵਾਲ ਹਨ ਚੰਗੀ ਤਰ੍ਹਾਂ ਸਮਝ ਲੱਗ ਜਾਣ। ਇੱਕ ਘਨਾਕਾਰ ਪਾਣੀ ਦੀ ਟੈਂਕੀ 6 ਮੀਟਰ ਲੰਬੀ, 5 ਮੀਟਰ ਚੌੜੀ ਅਤੇ 4.5 ਮੀਟਰ ਡੂੰਘੀ ਹੈ। ਇਸ ਵਿੱਚ ਕਿੰਨੇ ਲੀਟਰ ਪਾਣੀ ਆ ਸਕਦਾ ਹੈ? ਜੇ ਨੂੰ ਇਸ ਕੁਐਸਚਨ ਦੇ ਵਿੱਚ ਕਿਹਾ ਗਿਆ ਹੈ ਕਿ ਸਾਡੇ ਕੋਲ ਇੱਕ ਘਨ ਆਕਾਰ ਦੀ ਜੋ ਟੈਂਕੀ ਹੈ ਉਸ ਦੀ ਲੰਬਾਈ ਜੋ ਹੈ 6 ਮੀਟਰ ਹੈ ਅਤੇ ਇਸ ਦੀ ਚੌੜਾਈ ਜੋ ਹੈ ਸਾਡੇ ਕੋਲ ਦਿੱਤੀ ਹੋਈ ਉਹ 5 ਮੀਟਰ ਹੈ, ਅਤੇ ਇਸ ਦੀ ਡੂੰਘਾਈ ਜਾਂ ਜਿਸ ਨੂੰ ਅਸੀਂ ਉਚਾਈ ਵੀ ਕਹਿ ਸਕਦੇ ਹਾਂ ਉਹ 4.5 ਮੀਟਰ ਹੈ। ਅਸੀਂ ਜੋ ਇਹ ਟੈਂਕੀ ਹੈ ਇਸ ਦਾ ਆਇਤਨ ਪਤਾ ਕਰਨਾ ਹੈ, ਇਸ ਦੇ ਵਿੱਚ ਕਿੰਨਾ ਪਾਣੀ ਆ ਸਕਦਾ ਹੈ ਉਹ ਪਤਾ ਕਰਨਾ ਹੈ। ਤਾਂ ਘਨਾਵਕਾਰ ਦੀ ਜੋ ਟੈਂਕੀ ਹੈ ਤਾਂ ਉਸ ਦਾ ਜੋ ਆਇਤਨ ਹੈ, ਅਸੀਂ ਪਹਿਲਾਂ ਇਸ ਦਾ ਸੂਤਰ ਕੀਤਾ ਸੀ, ਤਾਂ ਉਹੀ ਸੂਤਰ ਦੀ ਵਰਤੋਂ ਅਸੀਂ ਹੁਣ ਕਰਾਂਗੇ। ਤਾਂ ਘਨਾਵਕਾਰ ਟੈਂਕੀ ਦਾ ਆਇਤਨ ਬਰਾਬਰ ਹੈ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ। ਲੰਬਾਈ ਜੋ ਹੈ ਸਾਨੂੰ ਦਿੱਤੀ ਹੋਈ ਹੈ 6, ਚੌੜਾਈ ਜੋ ਸਾਨੂੰ ਦਿੱਤੀ ਹੋਈ ਹੈ 5, ਅਤੇ ਜੋ ਉਚਾਈ ਦਿੱਤੀ ਹੋਈ ਹੈ ਉਹ ਹੈ 4.5 ਮੀਟਰ। ਤਾਂ ਇਸ ਤਰ੍ਹਾਂ ਅਸੀਂ ਇਹਨਾਂ ਦੀ ਗੁਣਾ ਕਰਾਂਗੇ ਤਾਂ ਸਾਡੇ ਕੋਲ ਜਦੋਂ ਅਸੀਂ ਇਸ ਨੂੰ ਹੱਲ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 135 ਮੀਟਰ ਕਿਊਬ। ਤਾਂ ਹੁਣ ਜਿਵੇਂ ਕਿ ਸਾਨੂੰ ਕਿਹਾ ਗਿਆ ਸੀ ਕਿ 1 ਮੀਟਰ ਕਿਊਬ ਵਿੱਚ ਕਿੰਨੇ ਲੀਟਰ ਪਾਣੀ ਆਉਂਦਾ ਹੈ? 1000 ਲੀਟਰ। ਤਾਂ ਜੋ 135 ਮੀਟਰ ਕਿਊਬ ਹੈ ਉਸ ਵਿੱਚ ਕਿੰਨਾ ਪਾਣੀ ਆ ਜਾਏਗਾ? 13,50,000 ਲੀਟਰ ਪਾਣੀ ਆ ਜਾਏਗਾ। ਹੁਣ ਅਸੀਂ ਇੱਕ ਹੋਰ ਉਦਾਹਰਨ ਕਰਦੇ ਹਾਂ ਜੋ ਕਿ ਸ਼ੰਕੂ ਦੇ ਨਾਲ ਸੰਬੰਧਿਤ ਹੈ, ਜਿਸ ਦੇ ਵਿੱਚ ਸਾਨੂੰ ਕਿਹਾ ਗਿਆ ਹੈ ਕਿ ਇੱਕ ਸ਼ੰਕੂ ਦੇ ਆਧਾਰ ਦਾ ਅਰਧ ਵਿਆਸ 7 ਸੈਂਟੀਮੀਟਰ ਹੈ ਅਤੇ ਇਸ ਦੀ ਉਚਾਈ ਜੋ ਹੈ 15 ਸੈਂਟੀਮੀਟਰ ਹੈ। ਇਸ ਦਾ ਅਸੀਂ ਆਇਤਨ ਜੋ ਹੈ ਉਹ ਪਤਾ ਕਰਨਾ ਹੈ। ਤਾਂ ਸਾਨੂੰ ਇਸ ਦੇ ਵਿੱਚ ਅਰਧ ਵਿਆਸ ਵੀ ਦਿੱਤਾ ਹੈ ਅਤੇ ਉਚਾਈ ਵੀ ਦਿੱਤੀ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਸ਼ੰਕੂ ਦੇ ਵਿੱਚ 3 ਚੀਜ਼ਾਂ ਹੁੰਦੀਆਂ ਹਨ, ਇੱਕ ਅਰਧ ਵਿਆਸ, ਇੱਕ ਇਸ ਦੀ ਉਚਾਈ, ਇੱਕ ਤਿਰਛੀ ਉਚਾਈ। ਪਰ
ਆਇਤਨ ਦੇ ਸਮੇਂ ਸਾਨੂੰ ਤਿਰਛੀ ਉਚਾਈ ਜੋ ਹੈ ਉਸ ਦੀ ਜ਼ਰੂਰਤ ਨਹੀਂ ਹੁੰਦੀ, ਤਾਂ ਅਸੀਂ ਇਸ ਦਾ ਆਇਤਨ ਇਸੇ ਤਰ੍ਹਾਂ ਪਤਾ ਕਰ ਸਕਦੇ ਹਾਂ। ਤਾਂ ਸ਼ੰਕੂ ਦੇ ਆਧਾਰ ਦਾ ਜੋ ਅਰਧ ਵਿਆਸ ਹੈ ਬਰਾਬਰ ਹੈ 7 ਸੈਂਟੀਮੀਟਰ, ਇਸ ਦੀ ਉਚਾਈ ਬਰਾਬਰ ਹੈ 15 ਸੈਂਟੀਮੀਟਰ। ਤਾਂ ਸ਼ੰਕੂ ਦਾ ਆਇਤਨ ਦਾ ਜੋ ਸੂਤਰ ਹੁੰਦਾ ਹੈ ਉਹ ਹੁੰਦਾ ਹੈ 1/3 ਪਾਈ ਆਰ ਸਕੁਅਰ ਐਚ। ਤਾਂ 1/3 ਉਸੇ ਤਰ੍ਹਾਂ ਪਾਈ ਦੀ ਜਗ੍ਹਾ ਤੇ ਅਸੀਂ ਪਾਈ ਦਾ ਜੋ ਮੁੱਲ ਹੈ ਉਹ ਲਿਖ ਲਵਾਂਗੇ 22/7, ਆਰ ਦੀ ਜਗ੍ਹਾ ਤੇ ਅਸੀਂ ਲਿਖਾਂਗੇ 7 ਗੁਣਾ 7, ਐਚ ਦੀ ਜਗ੍ਹਾ ਤੇ ਲਿਖਾਂਗੇ ਅਸੀਂ 15। ਤਾਂ ਅਸੀਂ ਦੇਖਦੇ ਹਾਂ ਕਿ ਇੱਕ 7 ਨਾਲ ਜੋ 7 ਹੈ ਉਹ ਕੈਂਸਲ ਹੋ ਜਾਂਦਾ ਹੈ। ਤਾਂ ਸਾਡੇ ਕੋਲ ਜੋ ਨਿਊਮੀਨੇਟਰ ਹੈ ਉਸ ਦੇ ਵਿੱਚ ਆ ਜਾਂਦਾ ਹੈ, ਯਾਨੀ ਕਿ ਅੰਸ਼ ਦੇ ਵਿੱਚ ਆ ਜਾਂਦਾ ਹੈ 22 ਗੁਣਾ 7 ਗੁਣਾ 15, ਅਤੇ ਜੋ ਡਿਨੋਮੀਨੇਟਰ ਹੈ ਯਾਨੀ ਕਿ ਹਰ ਹੈ ਉੱਥੇ ਸਾਡੇ ਕੋਲ ਆ ਜਾਂਦਾ ਹੈ ਬਟੇ 3। ਇਸ ਨੂੰ ਅਸੀਂ ਅੱਗੇ ਜਦੋਂ ਹੱਲ ਕਰਦੇ ਹਾਂ ਤਾਂ ਸਾਡੇ ਕੋਲ ਹੱਲ ਕਰਨ ਤੋਂ ਬਾਅਦ ਆ ਜਾਂਦਾ ਹੈ 770 ਸੈਂਟੀਮੀਟਰ ਦੀ ਪਾਵਰ 3। ਇਸ ਤਰ੍ਹਾਂ ਅਸੀਂ ਜੋ ਸ਼ੰਕੂ ਹੈ ਉਸ ਦਾ ਆਇਤਨ ਪਤਾ ਕਰ ਸਕਦੇ ਹਾਂ। ਅਸੀਂ ਅੱਜ ਦੀ ਕਲਾਸ ਦੇ ਵਿੱਚ ਪਿਆਰੇ ਬੱਚੋ ਜੋ ਵੱਖ-ਵੱਖ ਆਕ੍ਰਿਤੀਆਂ ਸਨ ਉਹਨਾਂ ਦੇ ਆਇਤਨ ਦੇ ਸੂਤਰ ਕੀਤੇ ਹਨ ਅਤੇ ਇਸ ਦੇ ਨਾਲ ਨਾਲ ਕੁਝ ਕੁ ਉਦਾਹਰਨਾਂ ਕੀਤੀਆਂ ਹਨ। ਉਮੀਦ ਕਰਦਾਂਗਾ ਤੁਹਾਡੇ ਸਭ ਨੂੰ ਜੋ ਸੂਤਰ ਕੀਤੇ ਹਨ ਉਹ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ। ਅਗਲੇ ਕਲਾਸ ਦੇ ਵਿੱਚ ਅਸੀਂ ਇਸ ਦੇ ਨਾਲ ਦੇ ਸਵਾਲ ਕਰਾਂਗੇ ਜਿਨ੍ਹਾਂ ਵਿੱਚ ਇਹਨਾਂ ਸੂਤਰਾਂ ਦੀ ਅਸੀਂ ਵਰਤੋਂ ਕਰਾਂਗੇ। ਤਾਂ ਹੁਣ ਸਭ ਤੋਂ ਪਹਿਲਾਂ ਜੋ ਹੈ ਘਰ ਦਾ ਕੰਮ, ਤਾਂ ਅਸੀਂ ਜੋ ਅੱਜ ਕਲਾਸ ਦੇ ਵਿੱਚ ਕੀਤਾ ਹੈ ਉਸ ਦੇ ਵਿੱਚ ਤੁਹਾਨੂੰ ਸੂਤਰ ਕਰਵਾਏ ਹਨ। ਤਾਂ ਪਿਆਰੇ ਬੱਚੋ ਤੁਸੀਂ ਇਹ ਸੂਤਰ ਜੋ ਹਨ ਘਰੋਂ ਚੰਗੀ ਤਰ੍ਹਾਂ ਦੁਹਰਾਈ ਕਰਨੀ ਹੈ। ਇਸ ਦੇ ਨਾਲ ਨਾਲ ਜੋ ਉਦਾਹਰਨਾਂ ਹਨ ਉਹ ਵੀ ਚੰਗੀ ਤਰ੍ਹਾਂ ਕਰਨੀਆਂ ਹਨ। ਉਮੀਦ ਆ ਕਿ ਤੁਹਾਨੂੰ ਸਭ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਇਸੇ ਆਸ ਦੇ ਨਾਲ ਤੁਹਾਡੇ ਸਭ ਤੋਂ ਵਿਦਾ ਲੈਣਾ ਹੈ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।